ਹੈਲੋ एवरीवन ਵੈਲਕਮ ਟੂ ਦ ਚੈਨਲ। ਸੋ ਆਪਾਂ ਕਰ ਰਹੇ ਸੀ ਸੈੱਲ ਦੀ ਆਰਗੇਨੇਲੀਜ਼ ਦੇ ਬਾਰੇ। ਹੁਣ ਕਰਦੇ ਹਾਂ ਮਾਈਟੋਕੌਂਡਰੀਆ। ਨੈਕਸਟ ਮਾਈਟੋਕੌਂਡਰੀਆ ਜੋ ਹੁੰਦਾ ਹੈ ਇਹ ਹੈਲੋ एवरीवन ਵੈਲਕਮ ਟੂ ਦ ਚੈਨਲ। ਸੋ ਆਪਾਂ ਕਰ ਰਹੇ ਸੀ ਸੈੱਲ ਚੈਪਟਰ ਦੇ ਆਰਗੇਨੇਲੀਜ਼ ਦੇ ਬਾਰੇ। ਉਹਨਾਂ ਆਰਗੇਨੇਲੀਜ਼ ਦੇ ਬਾਰੇ ਅੱਗੇ ਸਟਾਰਟ ਕਰਦੇ ਹਾਂ। ਮਾਈਟੋਕੌਂਡਰੀਆ ਜਿਹੜਾ ਹੁੰਦਾ ਹੈ, ਹੁਣ ਇਹ ਡਬਲ ਮੈਮਬਰੇਨ ਸਟਰਕਚਰ ਹੁੰਦਾ ਆ। ਦੋ ਮੈਮਬਰੇਨਸ ਬਣੀਆਂ ਹੁੰਦੀਆਂ, ਆਊਟਰ ਮੈਮਬਰੇਨ ਔਰ ਇਨਰ ਮੈਮਬਰੇਨ। ਇਹਨਾਂ ਦੇ ਵਿੱਚ ਇੱਕ ਫਲੂਇਡ ਪ੍ਰੈਜੈਂਟ ਹੁੰਦਾ, ਉਹਨੂੰ ਅਸੀਂ ਮੈਟ੍ਰਿਕਸ ਕਹਿ ਦਿੰਦੇ ਹਾਂ। ਸੋ ਇਹ ਜਿਹੜਾ ਮਾਈਟੋਕੌਂਡਰੀਆ ਹੈ ਇਹਦੇ ਵਿੱਚ ਆਪਣਾ DNA ਹੁੰਦਾ, ਆਪਣੀ ਕੁਛ RNA ਔਰ ਰਾਈਬੋਸੋਮਸ ਪ੍ਰੈਜੈਂਟ ਹੁੰਦੇ ਆ। ਹੁਣ ਕੋਈ ਵੀ ਸੈੱਲ ਹੈ, ਸੈੱਲ ਦੇ ਅੰਦਰ ਜਿਹੜਾ ਨਿਊਕਲੀਅਸ ਉਹਦੇ ਅੰਦਰ ਹੀ ਜੈਨੇਟਿਕ ਮਟੀਰੀਅਲ ਮਤਲਬ ਆਪਣਾ DNA ਪ੍ਰੈਜੈਂਟ ਹੁੰਦਾ। ਬਟ ਇਹੀ ਇੱਕ ਇੱਦਾਂ ਦੀ ਆਰਗੇਨਲੀ ਆ ਜਿਹਦੇ ਵਿੱਚ ਨਿਊਕਲੀਅਸ ਤੋਂ ਇਲਾਵਾ ਆਪਣਾ DNA ਪ੍ਰੈਜੈਂਟ ਹੁੰਦਾ ਔਰ ਕੁਛ ਰਾਈਬੋਸੋਮਸ ਔਰ RNA ਪ੍ਰੈਜੈਂਟ ਹੁੰਦੇ ਆ। ਇਹ ਡਿਵਾਈਡ ਕਰਦਾ ਥਰੂ ਫਿਜ਼ਨ ਮਤਲਬ ਬ੍ਰੇਕ ਹੋਣਾ, ਠੀਕ ਹੈ। ਫਿਜ਼ਨ ਦੇ ਥਰੂ ਇਹ ਬ੍ਰੇਕ ਹੋ ਕੇ ਹੋਰ ਮਾਈਟੋਕੌਂਡਰੀਆ ਬਣਾਉਂਦਾ ਆ। ਔਰ ਇਹਦਾ ਫੰਕਸ਼ਨ ਕੀ ਆ, ਹੁਣ ਰਾਈਬੋਸੋਮਸ ਪ੍ਰੈਜੈਂਟ ਆ, ਇਸ ਕਰਕੇ ਇਹ ਆਪਣੇ DNA ਦੀ ਪ੍ਰੈਜੈਂਸ ਦੇ ਵਿੱਚ ਕੀ ਕਰਦਾ ਆ, ATP ਦੇ ਵਿੱਚ ਐਨਰਜੀ ਬਣਾਉਂਦਾ। ਸੋ ਇਹਨੂੰ ਪਾਵਰ ਹਾਊਸ ਆਫ ਸੈੱਲ ਵੀ ਕਿਹਾ ਜਾਂਦਾ ਆ, ਠੀਕ ਹੈ। ਇਹ ਹੈ ਮਾਈਟੋਕੌਂਡਰੀਆ ਦਾ ਦੀ ਫਿਗਰ। ਮਾਈਟੋਕੌਂਡਰੀਆ ਦੀ ਆਊਟਰ ਮੈਮਬਰੇਨ ਬਣੀ ਹੋਈ ਹੈ, ਫਿਰ ਇਨਰ ਮੈਮਬਰੇਨ ਜਿਹੜੀ ਆ ਉਹ ਫੋਲਡ ਬਣੇ ਹੁੰਦੇ ਆ। ਇਹਨਾਂ ਫੋਲਡਸ ਨੂੰ ਅਸੀਂ ਬੋਲਦੇ ਹੈਗੇ ਆ ਕ੍ਰਿਸਟੇ, ਠੀਕ ਹੈ। ਔਰ ਇਹ ਕ੍ਰਿਸਟੇ ਇਨਰ ਪਾਰਟ ਆ, ਇਨਰ ਮੈਮਬਰੇਨ ਦੇ ਵਿੱਚ ਕ੍ਰਿਸਟੇ ਪ੍ਰੈਜੈਂਟ ਆ। ਇਹ ਆਊਟਰ ਮੈਮਬਰੇਨ ਹੈਗੀ ਆ ਔਰ ਵਿੱਚ ਜਿਹੜਾ ਫਲੂਇਡ ਹੈ ਉਹਨੂੰ ਅਸੀਂ ਮੈਟ੍ਰਿਕਸ ਕਹਿ ਦਿੰਦੇ ਹਾਂ, ਇਹ ਪ੍ਰੈਜੈਂਟ ਹੁੰਦਾ ਆ, ਠੀਕ ਹੈ। ਸੈੱਲ ਹੋ ਗਏ, ਪਲਾਂਟ ਸੈੱਲ ਹੋ ਗਏ, ਉਹਨਾਂ ਦੇ ਵਿੱਚ ਵੀ ਜਿਹੜੇ ਸਾਈਕਲਸ ਆਪਾਂ ਪੜ੍ਹਦੇ ਹੈਗੇ ਆ, ਕ੍ਰੇਬ ਸਾਈਕਲ ਹੋ ਗਿਆ, ਉਹ ਇਹਦੇ ਵਿੱਚ ਹੀ ਕੰਪਲੀਟ ਹੁੰਦਾ ਆ। ਨੈਕਸਟ ਹੈ ਸਾਈਟੋਸਕੈਲਟਨ। ਹੁਣ ਕੁਛ ਫਾਈਬਰ ਟਾਈਪ ਸਟਰਕਚਰ ਸਾਈਟੋਪਲਾਜ਼ਮ ਦੇ ਵਿੱਚ ਪ੍ਰੈਜੈਂਟ ਹੁੰਦੇ, ਉਹਨਾਂ ਨੂੰ ਅਸੀਂ ਸਾਈਟੋਸਕੈਲਟਨ ਕਹਿ ਦਿੰਦੇ ਹਾਂ। ਪ੍ਰੋਟੀਨ ਦੇ ਨਾਲ ਬਣੇ ਹੋਏ ਆ, ਕਿੱਥੇ ਪ੍ਰੈਜੈਂਟ ਆ, ਸਾਈਟੋਪਲਾਜ਼ਮ ਦੇ ਵਿੱਚ। ਔਰ ਇਹਦਾ ਕੀ ਫੰਕਸ਼ਨ ਆ, ਇਹ ਸੈੱਲ ਨੂੰ ਮੋਟਿਲਿਟੀ ਪ੍ਰੋਵਾਈਡ ਕਰਦੇ ਆ, ਸੈੱਲ ਨੂੰ ਮਕੈਨੀਕਲ ਸਪੋਰਟ ਦਿੰਦੇ ਆ ਔਰ ਸੈੱਲ ਦੀ ਸ਼ੇਪ ਮੇਨਟੇਨ ਕਰਨ 'ਚ ਹੈਲਪ ਕਰਦੇ ਹੈਗੇ ਆ, ਠੀਕ ਹੈ। ਕੁਛ ਫਾਈਬਰਸ ਸਟਰਕਚਰ ਹੁੰਦਾ ਆ, ਇਹ ਇਸ ਤਰੀਕੇ ਦਾ ਦਿਖਾਈ ਦਿੰਦਾ। ਹੁਣ ਇਹ ਜਿਹੜੇ ਸਾਈਟੋਸਕੈਲਟਨ ਹੈ ਇਹਦੀ ਸੈੱਲ ਮੈਮਬਰੇਨ ਆ ਬਾਹਰ ਵਾਲੀ, ਵਿੱਚ ਪ੍ਰੈਜੈਂਟ ਹੁੰਦਾ ਨਿਊਕਲੀਅਸ ਦੇ ਆਸ-ਪਾਸ ਕੀ ਪ੍ਰੈਜੈਂਟ ਹੈਗਾ ਆ, ਇਹ ਜਿਹੜੇ ਫਾਈਬਰਸ ਆ ਇਹ ਪ੍ਰੈਜੈਂਟ ਹੈਗੇ, ਠੀਕ ਹੈ। ਇਹ ਫਾਈਬਰ ਫਾਰਮ 'ਚ ਪ੍ਰੈਜੈਂਟ ਆ। ਆਸ-ਪਾਸ ਕੀ ਆ, ਇੰਟਰਮੀਡੀਏਟ ਫਿਲਾਮੈਂਟਸ, ਇਹ ਹੁੰਦੇ ਮਾਈਕਰੋ ਫਿਲਾਮੈਂਟ ਐਂਡ ਇੰਟਰਮੀਡੀਏਟ ਫਿਲਾਮੈਂਟ ਪ੍ਰੈਜੈਂਟ ਹੁੰਦੇ ਆ। ਔਰ ਜਿਹੜਾ ਅੰਦਰ ਵਾਲਾ ਹਿੱਸਾ ਉਹਦੇ ਵਿੱਚ ਮਾਈਕਰੋਟਿਬਿਊਲਸ ਪ੍ਰੈਜੈਂਟ ਹੁੰਦੇ ਹੈਗੇ ਆ। ਇਹ ਨਿਊਕਲੀਅਸ ਦੇ ਆਸ-ਪਾਸ ਰਹਿੰਦੇ ਆ, ਸੈੱਲ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰਦੇ ਆ ਅੰਦਰ ਵਾਲੀ ਸਾਈਡ ਤੋਂ। ਔਰ ਕੀ ਫੰਕਸ਼ਨ ਹੈਗਾ ਇਹਨਾਂ ਦਾ, ਸ਼ੇਪ ਪ੍ਰੋਵਾਈਡ ਕਰਦੇ ਆ, ਠੀਕ ਹੈ। ਔਰ ਇਸ ਤੋਂ ਅੱਗੇ ਹੈ ਸੈਂਟਰੋਜ਼ੋਮ ਐਂਡ ਸੈਂਟਰੀਓਲਸ। ਹੁਣ ਇਹ ਜਿਹੜੇ ਸੈਂਟਰੀਓਲਸ ਹੁੰਦੇ ਆ, ਇਹ ਸਿਰਫ ਐਨੀਮਲ ਸੈਲਸ ਦੇ ਵਿੱਚ ਹੀ ਪ੍ਰੈਜੈਂਟ ਹੁੰਦੇ ਆ ਔਰ ਪਲਾਂਟ ਸੈੱਲ ਦੇ ਵਿੱਚ ਨਹੀਂ ਹੁੰਦੇ ਇਹ, ठीक है। सो सेंट्रोजोम और सेंट्रियोल्स की नॉन मेम्ब्रेन बाउंड स्ट्रक्चर है, ठीक है। दो ही बने होंगे आ सेंट्रियोल्स, ठीक है। जिदा सैल है, सैल का न्यूक्लियस है, न्यूक्लियस के आस पास ये इस तरीके ना प्रैजेंट होंगे आ, इस तरीके ना ये प्रैजेंट होंगे आ, ठीक है। और इन्हों असी सेंट्रियोल कह देंगे हैं। इन्हों की मेम्ब्रेन नहीं होंगी हैगी। सेंट्रियोल लाए परपेंडिकुलर टू ईच अदर, एक दूसरे के परपेंडिकुलर। हम जिदा इस तरीके ना बनाया ए वाला, ठीक है, इस तरीके ना एक दूसरे के परपेंडिकुलर प्रैजेंट होंगे आ। और फिर है कि अकर इन द पेयर्स आर मेड अप ऑफ द माइक्रोटिब्यूल्स। ये किहदे नाल बनदे, माइक्रोटिब्यूल्स दे नाल बनदे हैगे। हुण अगर आप उपरला स्ट्रक्चर ए वाला स्ट्रक्चर देखिए, इहदे विच जिहड़े ए वाले माइक्रोटिब्यूल्स है इन्हां दे नाल ही ये फॉर्म होंदे आ, ठीक है। इन्हां दे नाल ही ये फॉर्म होंदे आ। और फंक्शन की हैगा इन्हां दा, प्ले एन इंपॉर्टेंट रोल इन द सैल डिवीजन दे टाइम ते ये प्रैजेंट होंदे आ। इहदी वजह दे नाल ही सैल डिवीजन दे टाइम ते स्पिंडल फाइबर्स सैल दे अंदर
ਸਪਿੰਡਲ ਫਾਈਬਰਸ ਬਣਦੇ ਆ ਨਿਊਕਲੀਅਸ ਦੇ ਵਿੱਚ, ਸਪਿੰਡਲ ਫਾਈਬਰਸ ਬਣਦੇ ਆ, ਉਹਨਾਂ ਦੇ ਨਾਲ ਜਿਹੜੇ ਕ੍ਰੋਮੋਜ਼ੋਮ ਆ ਉਹ ਇੱਕ ਪ੍ਰੋਪਰ ਫਾਰਮ ਦੇ ਵਿੱਚ, ਇੱਕ ਪ੍ਰੋਪਰ ਲਾਈਨ ਦੇ ਵਿੱਚ ਅਲਾਈਨ ਹੋ ਪਾਉਂਦੇ, ਸਿੱਧੇ ਆ ਪਾਉਂਦੇ ਹੈਗੇ ਆ। ਔਰ ਸੈਲ ਡਿਵੀਜ਼ਨ ਦੇ ਵਿੱਚ ਇਹ ਨਿਊ ਕ੍ਰੋਮੋਜ਼ੋਮ ਬਣਾਉਣ ਦੇ ਵਿੱਚ, ਕ੍ਰੋਮੈਟਿਨ ਫਾਈਬਰਸ ਬਣਾਉਣ ਦੇ ਵਿੱਚ ਹੈਲਪ ਕਰਦੇ ਆ। ਸੋ ਸੈਂਟਰਲ ਪਾਰਟ ਆਫ ਸੈਂਟਰੀਓਲ ਇਜ਼ ਹਬ। ਜਿੱਦਾਂ ਆਪਾਂ ਇਸ ਤਰੀਕੇ ਨਾਲ ਇੱਦਾਂ ਬਣਾਇਆ, ਠੀਕ ਹੈ, ਇਸ ਤਰੀਕੇ ਨਾਲ ਹੁੰਦੇ ਆ, ਇਹ ਛੋਟੇ ਹੁੰਦੇ ਆ, ਮੈਂ ਤਾਂ ਥੋੜ੍ਹੇ ਵੱਡੇ ਬਣਾਏ ਆ, ਛੋਟੇ ਹੁੰਦੇ ਆ। ਹੁਣ ਇਹ ਜਿਹੜਾ ਸੈਂਟਰਲ ਪਾਰਟ ਹੈ ਇਹਨੂੰ ਕਿਹਾ ਜਾਂਦਾ ਹਬ। ਔਰ ਜਿਹੜੇ ਆਸ-ਪਾਸ ਇਸ ਤਰ੍ਹਾਂ ਦੇ ਫਿਲਾਮੈਂਟ ਟਾਈਪ ਸਟਰਕਚਰ ਬਣੇ ਹੋਏ ਆ, ਇਹ ਪ੍ਰੋਟੀਨ ਦਾ ਬਣਦਾ, ਇਹਨੂੰ ਕਿਹਾ ਜਾਂਦਾ ਸਪੋਕ। ਨੈਕਸਟ ਹੈ ਨਿਊਕਲੀਅਸ। ਨਿਊਕਲੀਅਸ ਸੈੱਲ ਦੇ ਮਿਡ 'ਚ ਪ੍ਰੈਜੈਂਟ ਹੁੰਦਾ, ਸਭ ਤੋਂ ਬਾਹਰ ਸੈੱਲ ਮੈਮਬ੍ਰੇਨ ਜਾਂ ਸੈੱਲ ਵਾਲ ਪ੍ਰੈਜੈਂਟ ਹੁੰਦੀ ਆ, ਉਹਦੇ ਅੰਦਰ ਸਾਈਟੋਪਲਾਜ਼ਮ ਪ੍ਰੈਜੈਂਟ ਹੁੰਦਾ, ਸੈਂਟਰ ਦੇ ਵਿੱਚ ਨਿਊਕਲੀਅਸ ਪ੍ਰੈਜੈਂਟ ਹੁੰਦਾ, ਔਰ ਨਿਊਕਲੀਅਸ ਦੇ ਅੰਦਰ ਹੀ ਪੂਰਾ ਜੈਨੇਟਿਕ ਮਟੀਰੀਅਲ ਪ੍ਰੈਜੈਂਟ ਹੁੰਦਾ ਹੈ। ਰੋਬਰਟ ਬਰਾਊਨ ਨੇ 1831 ਦੇ ਵਿੱਚ ਨਿਊਕਲੀਅਸ ਬਾਰੇ ਦੱਸਿਆ ਸੀ। ਔਰ ਇਹ ਜਿਹੜਾ ਨਿਊਕਲੀਅਸ ਹੁੰਦਾ ਆ, ਹੁਣ ਇਹਦੇ ਅੰਦਰ ਕੀ ਹੁੰਦੇ, ਕ੍ਰੋਮੈਟਿਨ ਫਾਈਬਰਸ ਪ੍ਰੈਜੈਂਟ ਹੁੰਦੇ, ਇਹ ਕੰਡੈਂਸ ਹੋ ਕੇ, ਇਕੱਠੇ ਹੋ ਕੇ ਕ੍ਰੋਮੋਜ਼ੋਮ ਫਾਰਮ ਕਰਦੇ ਆ। ਸੋ ਨਿਊਕਲੀਅਸ ਦੇ ਵਿੱਚ ਕੀ ਹੁੰਦਾ, ਇੰਟਰਫੇਸ ਨਿਊਕਲੀਅਸ ਹੈਵ ਦ ਡਬਲ ਮੈਮਬ੍ਰੇਨ ਸਪੇਸ ਵਿਦ ਦ ਸਪੇਸ ਕਾਲਡ ਦਾ ਪੈਰੀਨਿਊਕਲੀਅਰ ਸਪੇਸ। ਹੁਣ ਕਹਿੰਦੇ ਜਿਹੜਾ ਨਿਊਕਲੀਅਸ ਹੈ, ਨਿਊਕਲੀਅਸ ਦੀ ਡਬਲ ਮੈਮਬ੍ਰੇਨ ਹੁੰਦੀ ਆ, ਔਰ ਇਹਦੇ ਅੰਦਰ ਦੀ ਸਪੇਸ ਨੂੰ ਅਸੀਂ ਬੋਲਦੇ ਹਾਂ ਪੈਰੀਨਿਊਕਲੀਅਰ ਸਪੇਸ, ਠੀਕ ਹੈ। ਔਰ ਇਹ ਜਿਹੜਾ ਐਨਵਲਪ ਹੈ, ਇਹਨੂੰ ਬੋਲਦੇ ਨਿਊਕਲੀਅਰ ਐਨਵਲਪ, ਜਿਹੜਾ ਪੂਰਾ ਪਾਰਟ ਆ ਨਿਊਕਲੀਅਸ ਦੇ ਆਸ-ਪਾਸ ਦੀ ਮੈਮਬ੍ਰੇਨ, ਇਹਨੂੰ ਨਿਊਕਲੀਅਰ ਐਨਵਲਪ ਕਿਹਾ ਜਾਂਦਾ। ਨਿਊਕਲੀਅਸ ਦੇ ਵਿੱਚ ਹੁਣ ਮੈਟ੍ਰਿਕਸ ਆ, ਨਿਊਕਲੀਅਸ ਦੇ ਅੰਦਰ ਵਾਲੀ ਸਾਈਡ ਜਿਹੜਾ ਲਿਕੁਇਡ ਪ੍ਰੈਜੈਂਟ, ਫਲੂਇਡ ਪ੍ਰੈਜੈਂਟ ਹੋਏਗਾ, ਉਹਨੂੰ ਅਸੀਂ ਨਿਊਕਲੀਓਪਲਾਜ਼ਮ ਕਹਿੰਦੇ। ਜਿਹਦਾ ਸੈੱਲ ਦੇ ਅੰਦਰ ਆ ਤਾਂ ਸਾਈਟੋਪਲਾਜ਼ਮ, ਨਿਊਕਲੀਅਸ ਦੇ ਅੰਦਰ ਆ ਤਾਂ ਨਿਊਕਲੀਓਪਲਾਜ਼ਮ ਕਹਾਂਗੇ। ਫਿਰ ਇਹ ਕ੍ਰੋਮੈਟਿਨ ਫਾਈਬਰ ਸਟਰਕਚਰ ਹੁੰਦਾ ਆ, ਕਾਫੀ ਸਾਰੇ ਫਾਈਬਰਸ ਮਿਲ ਕੇ ਕ੍ਰੋਮੈਟਿਨ ਬਣਾਉਂਦੇ, ਹੀ ਕ੍ਰੋਮੈਟਿਨ ਇਕੱਠੇ ਹੋ ਕੇ ਕ੍ਰੋਮੋਜ਼ੋਮ ਫਾਰਮ ਕਰਦੇ ਆ, ਠੀਕ ਹੈ। ਉਸ ਤੋਂ ਅੱਗੇ ਹੈ ਨਿਊਕਲੀਓਲਸ, ਠੀਕ ਹੈ। ਜਿੱਦਾਂ ਆਪਾਂ ਕਿਹਾ ਕਿ ਸੈੱਲ ਹੈ, ਸੈੱਲ ਦੇ ਸੈਂਟਰ 'ਚ ਨਿਊਕਲੀਅਸ ਹੁੰਦਾ, ਉਹਦੀ ਨਿਊਕਲੀਅਸ ਦੇ ਅੰਦਰ ਵੀ ਛੋਟੇ ਛੋਟੇ ਪਾਰਟ ਹੁੰਦੇ ਹੈਗੇ ਆ, ਉਹ ਵੀ ਨੋਨ ਮੈਮਬ੍ਰੇਨ ਹੁੰਦੇ ਆ, ਲੇਅਰਸ ਨਹੀਂ ਆਸ-ਪਾਸ ਬਣੀਆਂ ਹੁੰਦੀਆਂ। ਇਸ ਪਾਰਟ ਨੂੰ ਅਸੀਂ ਕੀ ਬੋਲਦੇ ਹਾਂ, ਨਿਊਕਲੀਓਲਸ ਕਹਿ ਦਿੰਦੇ ਹਾਂ। ਹੁਣ ਸੈੱਲ ਦੇ ਅੰਦਰ ਨਿਊਕਲੀਅਸ ਦੇ ਅੰਦਰ ਜਿਹੜਾ RNA ਹੁੰਦਾ ਆ, ਰਾਈਬੋਜ਼ੋਮਲ RNA, ਜਿਹੜਾ ਅੱਗੇ ਪ੍ਰੋਟੀਨ ਬਣਾਉਂਦਾ ਆ, ਉਹ ਇਹਦੇ ਵਿੱਚ ਪ੍ਰੈਜੈਂਟ ਹੁੰਦਾ ਆ। ਸੋ ਲਿਖਿਆ ਗਿਆ ਕਿ ਸਾਈਟ ਫॉर ਦਾ ਰਾਈਬੋਜ਼ੋਮਲ RNA ਸਿੰਥੇਸਿਸ, RNA ਬਣਾਉਣ ਦੇ ਵਿੱਚ ਇਹ ਹੈਲਪ ਕਰਦਾ, ਇਸੇ ਪਾਰਟ 'ਚ ਨਿਊਕਲੀਓਲਸ ਪਾਰਟ 'ਚ ਬਣਦਾ ਹੈਗਾ ਆ। ਨੈਕਸਟ ਹੈ ਕ੍ਰੋਮੋਜ਼ੋਮ। ਕ੍ਰੋਮੋਜ਼ੋਮ ਕਲਰਡ ਡਾਈ ਹੁੰਦੀ ਆ, ਇਸ ਤਰੀਕੇ ਦਾ ਇਹ ਕੁਛ ਬਣਦਾ ਆ, ਇਸ ਤਰੀਕੇ ਦਾ ਸੈਂਟਰ 'ਚ ਬਣਦਾ ਸੈਂਟਰੋਮੀਅਰ, ਆਸ-ਪਾਸ ਕੀ ਬਣਦੇ ਹੈਗੇ ਆ, ਕ੍ਰੋਮੈਟਿਡ ਆਰਮਸ। ਕ੍ਰੋਮੋਜ਼ੋਮ ਨੰਬਰ ਆਫ ਕ੍ਰੋਮੋਜ਼ੋਮਸ ਆਰਗੇਨਿਜ਼ਮਸ 'ਚ ਅਲੱਗ-ਅਲੱਗ ਹੁੰਦੇ ਆ। ਹਿਊਮਨ ਬੀਇੰਗਸ 'ਚ 46 ਔਰ ਪੇਅਰ ਦੇ ਵਿੱਚ ਹੁੰਦੇ ਹੈਗੇ 23, ਟੋਟਲ ਹੁੰਦੇ 46। ਅਲੱਗ-ਅਲੱਗ ਆਰਗੇਨਿਜ਼ਮਸ 'ਚ ਨੰਬਰ ਆਫ ਕ੍ਰੋਮੋਜ਼ੋਮਸ ਜਿਹੜੇ ਹੈਗੇ ਆ ਉਹ ਵੇਰੀ ਕਰਦੇ, ਅਲੱਗ-ਅਲੱਗ ਹੁੰਦੇ ਆ। ਉਸ ਤੋਂ ਬਾਅਦ ਹੈ ਪਾਰਟ। ਕ੍ਰੋਮੋਜ਼ੋਮ ਦੇ ਪਾਰਟ ਕਿਹੜੇ ਕਿਹੜੇ ਹੁੰਦੇ ਆ, ਕ੍ਰੋਮੈਟਿਨ ਆਰਮਸ ਔਰ ਸੈਂਟਰੋਮੀਅਰ ਪ੍ਰੈਜੈਂਟ ਹੁੰਦਾ, ਠੀਕ ਹੈ। ਇਹ ਹੈਗਾ ਸੈਂਟਰੋਮੀਅਰ, ਸੈਂਟਰ ਦੇ ਵਿੱਚ ਜਿਹੜਾ ਪ੍ਰੈਜੈਂਟ ਉਹਨੂੰ ਸੈਂਟਰੋਮੀਅਰ ਕਵਾਂਗੇ। ਆਸ-ਪਾਸ ਜਿਹੜੀਆਂ ਇਸ ਤਰੀਕੇ ਨਾਲ ਬਣਦੇ, ਇਹਨਾਂ ਨੂੰ ਕੀ ਕਵਾਂਗੇ, ਕ੍ਰੋਮੈਟਿਡ ਆਰਮਸ ਜਾਂ ਕ੍ਰੋਮੈਟਿਨ ਆਰਮਸ। ਔਰ ਇਹ ਜਿਹੜਾ ਸੈਂਟਰੋਮੀਅਰ ਆ, ਇਹਦੇ ਵਿੱਚ ਛੋਟੇ ਛੋਟੇ ਡਿਸਕ ਟਾਈਪ ਸਟਰਕਚਰ ਬਣਿਆ ਹੁੰਦਾ, ਉਹਨੂੰ ਅਸੀਂ ਬੋਲਦੇ ਕਾਈਨੈਟੋਕੋਰਸ, ਠੀਕ ਹੈ, ਕਾਈਨੈਟੋਕੋਰਸ ਪ੍ਰੈਜੈਂਟ ਹੁੰਦੇ ਆ। ਫਿਰ ਆ ਬੇਸਡ ਔਨ ਦਾ ਪੋਜੀਸ਼ਨ ਆਫ ਸੈਂਟਰੋਮੀਅਰ, ਕ੍ਰੋਮੋਜ਼ੋਮ ਆਰ ਆਫ 4 ਟਾਈਪਸ। ਕ੍ਰੋਮੋਜ਼ੋਮ ਦੇ 4 ਅਲੱਗ-ਅਲੱਗ ਟਾਈਪ ਹੁੰਦੇ ਹੈਗੇ ਆ। ਸੋ ਕ੍ਰੋਮੋਜ਼ੋਮ ਦਾ ਸਟਰਕਚਰ ਇਹ ਵਾਲਾ ਹੁੰਦਾ, ਠੀਕ ਹੈ, ਇਸ ਤਰੀਕੇ ਦਾ ਕ੍ਰੋਮੋਜ਼ੋਮ ਹੁੰਦਾ ਆ। ਇਹ ਕ੍ਰੋਮੋਜ਼ੋਮ ਦਾ ਸਟਰਕਚਰ। ਹੁਣ ਇਹ ਕ੍ਰੋਮੈਟਿਡ ਆਰਮਸ ਪ੍ਰੈਜੈਂਟ ਹੁੰਦੀਆਂ, ਵਿੱਚ ਸੈਂਟਰੋਮੀਅਰ ਪ੍ਰੈਜੈਂਟ ਹੁੰਦਾ ਆ। ਇਹ ਸੈਂਟਰੋਮੀਅਰ ਇਹ ਸੈਂਟਰੋਮੀਅਰ ਜਿਹੜਾ ਹੈਗਾ, ਇਹੀ ਸੈੱਲ ਨੂੰ ਫੰਕਸ਼ਨ ਕਰਨ ਦੇ ਵਿੱਚ, ਮਤਲਬ ਸੈੱਲ ਦੇ ਅੰਦਰ ਜੈਨੇਟਿਕ ਮਟੀਰੀਅਲ ਫਾਰਮ ਹੋਣ 'ਚ, ਔਰ ਕ੍ਰੋਮੋਜ਼ੋਮ ਨੂੰ ਇੱਕ ਸੈੱਲ ਦੇ ਨਿਊਕਲੀਅਸ ਅੰਦਰ ਅਲਾਈਨ ਹੋਣ ਦੇ ਵਿੱਚ ਹੈਲਪ ਕਰਦਾ ਆ। ਸੋ ਇਹ ਬਣਦਾ ਹੈਗਾ ਹਿਸਟੋਨ ਪ੍ਰੋਟੀਨ ਨਾਲ। ਹਿਸਟੋਨ ਪ੍ਰੋਟੀਨ ਛੋਟੇ ਛੋਟੇ ਸਫੈਰੀਕਲ ਫਾਰਮ 'ਚ ਪ੍ਰੈਜੈਂਟ ਹੁੰਦੇ ਆ। 8 ਹਿਸਟੋਨ, 8 ਦੇ ਗਰੁੱਪ ਦੇ ਵਿੱਚ ਮਿਲ ਕੇ ਹਿਸਟੋਨਸ ਇਕੱਠੇ ਹੁੰਦੇ ਆ, ਔਰ ਇਸ ਤਰੀਕੇ ਨਾਲ ਸਪਾਇਰਲ ਫਾਰਮ ਦੇ ਵਿੱਚ ਕੋਇਲ ਔਰ ਸੁਪਰ ਕੋਇਲ ਸਟਰਕਚਰ ਬਣਾਉਂਦੇ ਹੈਗੇ। ਉਹੀ ਸੁਪਰ ਕੋਇਲ ਸਟਰਕਚਰ ਕ੍ਰੋਮੈਟਿਡ ਬਣਾਉਂਦੇ, ਕ੍ਰੋਮੈਟਿਡ ਤੋਂ ਅੱਗੇ ਕ੍ਰੋਮੋਜ਼ੋਮ ਫਾਰਮ ਹੁੰਦਾ ਹੈ। ਇਹ ਹੈ ਵੈਕਿਊਲ, ਇਸ ਤਰੀਕੇ ਦੇ ਵੈਕਿਊਲ ਪ੍ਰੈਜੈਂਟ ਹੁੰਦੇ ਸੈੱਲ ਦੇ ਅੰਦਰ। ਹੁਣ
क्रोमोजोम के 4 टाइप होंगे आ, मैटासेंट्रिक क्रोमोजोम, सबसेंट्रिक, एरोसेंट्रिक और टेलोसेंट्रिक क्रोमोजोम्स। मैटासेंट्रिक क्रोमोजोम्स जिहड़े हुंदे आ उन्हां दे विच क्रोमोजोम मिडल क्रोमोजोम फॉर्मिंग द 2 इक्वल आर्म्स, कि उहदे विच जिहड़ियां क्रोमैटिड आर्म्स आ वो इक्वल आर्म्स हुंदियां आ, ठीक है। क्रोमैटिड आर्म्स बिल्कुल इक्वल होंदियां। सब मैटासेंट्रिक की होंदे क्रोमोजोम सॉरी सेंट्रोमियर इज़ नियरर टू वन एंड फॉर्मिंग वन शॉर्टर आर्म एंड अदर लॉन्गर आर्म। इहदे विच की हुंदा कि एक आर्म्स छोटे हुंदे क्रोमोजोम दे और एक काफ़ी लॉन्ग हुंदी आ, ਉਹਨੂੰ ਅਸੀਂ ਸਬ ਮੈਟਾਸੈਂਟਰਿਕ ਕਹਿੰਦੇ ਆ। ਐਰੋਸੈਂਟਰਿਕ ਕੀ ਹੁੰਦੇ ਆ, ਸੈਂਟਰੋਮੀਅਰ ਇਜ਼ ਕਲੋਜ਼ ਟੂ ਇਟਸ ਐਂਡ ਫਾਰਮਿੰਗ ਵਨ ਵੈਰੀ ਸ਼ਾਰਟ ਐਂਡ ਵਨ ਵੈਰੀ ਲੌਂਗ। ਇਹਦੇ ਵਿੱਚ ਇੱਕ ਬਹੁਤ ਹੀ ਸੈਂਟਰੋਮੀਅਰ ਤੋਂ, ਇਹ ਸੈਂਟਰੋਮੀਅਰ ਆ ਇੱਕ, ਇਹਦੇ ਤੋਂ ਬਹੁਤ ਛੋਟਾ ਹੁੰਦਾ ਔਰ ਇੱਕ ਬਹੁਤ ਹੀ ਵੱਡਾ ਹੁੰਦਾ। ਇਸ ਤਰੀਕੇ ਦਾ ਕ੍ਰੋਮੋਜ਼ੋਮ ਆ ਤਾਂ ਉਹ ਐਰੋਸੈਂਟਰਿਕ ਆ। ਇਸ ਤੋਂ ਇਲਾਵਾ ਟੈਲੋਸੈਂਟਰਿਕ ਟਰਮੀਨਲ ਕ੍ਰੋਮੋਜ਼ੋਮ ਆ, ਇਸੇ ਤਰੀਕੇ ਦਾ ਉਹ ਹੁੰਦਾ ਆ, ਠੀਕ ਹੈ। ਇਹਨੂੰ ਟਰਮੀਨਲ ਕ੍ਰੋਮੋਜ਼ੋਮ ਕਿਹਾ ਜਾਂਦਾ। ਇਹ 'ਤੇ ਇੱਕ ਸੈਟੇਲਾਈਟ ਟਾਈਪ ਇਸ ਤਰੀਕੇ ਦਾ ਸਟਰਕਚਰ ਵੀ ਬਣਿਆ ਹੁੰਦਾ ਆ। ਸੈੱਲ ਦੇ ਵਿੱਚ ਕੀ ਹੁੰਦਾ ਆ, ਸੈੱਲ ਵਾਲ, ਐਂਡੋਪਲਾਜ਼ਮਿਕ ਰੈਕਟੀਕੂਲਮ, ਗੋਲਜੀ ਐਪਰੇਟਸ, ਮਾਈਟੋਕੌਂਡਰੀਆ ਸਭ ਕੁਝ ਪ੍ਰੈਜੈਂਟ ਹੁੰਦਾ ਆ। ਕੁਝ ਅਲੱਗ ਵੀ ਪ੍ਰੈਜੈਂਟ ਹੁੰਦਾ ਜਿੱਦਾਂ ਕਿ ਕਲੋਰੋਪਲਾਸਟ ਹੋ ਗਏ ਜਾਂ ਪਲਾਸਟਿਡਸ ਹੋ ਗਏ। ਹੁਣ ਇਹ ਜਿਹੜੇ ਕਲੋਰੋਪਲਾਸਟ ਜਾਂ ਪਲਾਸਟਿਡਸ ਹੁੰਦੇ ਹੈਗੇ ਆ, ਇਹ ਜਿਹੜੇ ਕਲੋਰੋਪਲਾਸਟ ਔਰ ਪਲਾਸਟਿਡ ਆ ਇਹ ਐਨੀਮਲ ਸੈਲਸ 'ਚ ਨਹੀਂ ਹੁੰਦੇ। ਸੋ ਪਲਾਸਟਿਡ ਦੀ ਗੱਲ ਕਰੀਏ, ਪਲਾਸਟਿਡ ਜਿਹੜੇ ਹੁੰਦੇ ਆ ਇਹ ਪਲਾਂਟ ਸੈਲ ਦੇ ਅੰਦਰ ਪ੍ਰੈਜੈਂਟ ਹੁੰਦੇ ਆ, ਈਵਨ ਯੂਗਲੀਨੋਇਡਸ 'ਚ ਵੀ ਪ੍ਰੈਜੈਂਟ ਹੁੰਦੇ ਆ। ਪਲਾਸਟਿਡ ਕੁਝ ਕਲਰ ਪਿਗਮੈਂਟ ਹੁੰਦੇ ਆ ਜਿਨ੍ਹਾਂ ਦੇ ਕਰਕੇ ਪਲਾਂਟਸ ਨੂੰ ਕਲਰ ਮਿਲਦਾ। ਕਿਹੜੇ ਕਿਹੜੇ ਹੁੰਦੇ ਆ, ਕਲੋਰੋ, ਕ੍ਰੋਮੋ ਔਰ ਲਿਊਕੋਪਲਾਸਟ। ਕਲੋਰੋਪਲਾਸਟ 'ਚ ਕਲੋਰੋਫਿਲ ਔਰ ਕੈਰੋਟੀਨੋਇਡਸ ਪ੍ਰੈਜੈਂਟ ਹੁੰਦੇ ਆ। ਕ੍ਰੋਮੋਪਲਾਸਟ ਦੇ ਵਿੱਚ ਜਿਹੜਾ ਹੁੰਦਾ ਆ ਉਹ ਸੋਲਿਊਬਲ ਕੈਰੋਟੀਨੋਇਡਸ ਔਰ ਜ਼ੈਂਥੋਫਾਈਲ ਪ੍ਰੈਜੈਂਟ ਹੁੰਦਾ। ਇਹਨਾਂ ਦੇ ਕਰਕੇ ਹੀ ਪਲਾਂਟ ਨੂੰ ਜਾਂ ਪਲਾਂਟ ਦੀਆਂ ਲੀਵਸ ਨੂੰ ਜਾਂ ਫਲਾਰ ਜਾਂ ਫਰੂਟਸ ਨੂੰ ਯੈਲੋ, ਰੈੱਡ, ਔਰੇਂਜ ਕਲਰ ਮਿਲਦਾ ਹੈਗਾ ਆ। ਲਿਊਕੋਪਲਾਸਟ ਵਿੱਚ ਕੋਈ ਕਲਰ ਨਹੀਂ ਹੁੰਦਾ, ਇਹ ਕਲਰਡ ਪਿਗਮੈਂਟ ਨਹੀਂ ਹੁੰਦੇ ਹੈਗੇ। ਬਟ ਇਹਨਾਂ ਦੇ ਵਿੱਚ ਕੀ ਪ੍ਰੈਜੈਂਟ ਹੁੰਦਾ, ਅਮਾਈਲੋਪਲਾਸਟ, ਆਈਲੋਪਲਾਸਟ ਔਰ ਐਲਿਊਰੋਪਲਾਸਟ, ਠੀਕ ਹੈ। ਅਮਾਈਲੋਪਲਾਸਟ ਸਟਾਰਚ ਨੂੰ ਸਟੋਰ ਕਰਦੇ ਹੈਗੇ ਆ, ਜਿੱਦਾਂ ਕਿ ਪੋਟੈਟੋ ਦੇ ਵਿੱਚ ਸਟਾਰਚ ਸਟੋਰ ਆ ਕਿਉਂਕਿ ਉਹਨਾਂ 'ਚ ਅਮਾਈਲੋਪਲਾਸਟ ਹੁੰਦੇ ਹੈਗੇ ਆ। ਐਲਿਓਪਲਾਸਟ ਜਿਹੜੇ ਆਇਲ ਜਾਂ ਫੈਟ ਨੂੰ ਸਟੋਰ ਕਰਦੇ ਪਲਾਂਟ ਸੈਲਸ ਦੇ ਵਿੱਚ। ਐਲਿਊਰੋਪਲਾਸਟ ਜਿਹੜੇ ਆ ਉਹ ਪ੍ਰੋਟੀਨ ਨੂੰ ਸਟੋਰ ਕਰਦੇ ਆ। ਇਸ ਤੋਂ ਅੱਗੇ ਹੈ ਕਲੋਰੋਪਲਾਸਟ, ਠੀਕ। ਇਸ ਤੋਂ ਅੱਗੇ ਕਲੋਰੋਪਲਾਸਟ। ਹੁਣ ਇਹ ਜਿਹੜੇ ਕਲੋਰੋਪਲਾਸਟ ਹੁੰਦੇ ਆ ਇਹ ਮੇਨ ਸਾਈਟ ਹੁੰਦੀ ਆ ਪਲਾਂਟ ਦੇ ਵਿੱਚ ਫੋਟੋਸਿੰਥੇਸਿਸ ਦੇ ਲਈ, ਠੀਕ ਹੈ। ਸੋ ਸਾਈਟ ਆਫ ਫੋਟੋਸਿੰਥੇਸਿਸ ਕਿਹੜੀ ਹੈਗੀ ਆ, ਕਲੋਰੋਪਲਾਸਟ ਹੁੰਦਾ ਹੈਗਾ ਆ। ਇਹਦੇ ਵਿੱਚ ਹੀ ਕਲੋਰੋਫਿਲ ਪਿਗਮੈਂਟ ਪ੍ਰੈਜੈਂਟ ਹੁੰਦਾ। ਸੋ ਫਾਊਂਡ ਇਨ ਦਾ ਮੀਜ਼ੋਫਾਈਲ ਸੈਲਸ ਆਫ ਲੀਵਸ ਜਿਹੜੀਆਂ ਹੁੰਦੀਆਂ ਆ ਉਹਨਾਂ ਦੀ ਜਿੱਦਾਂ ਅੱਪਰ ਐਪੀਡਰਮਿਸ ਹੁੰਦੀ ਹੈ, ਇੱਕ ਲੋਅਰ ਐਪੀਡਰਮਿਸ ਹੁੰਦੀ। ਉਹਨਾਂ ਤੋਂ ਅੱਪਰ ਐਪੀਡਰਮਿਸ ਤੋਂ ਨੀਚੇ ਅਗਰ ਲੀਵਸ ਨੂੰ ਮਾਈਕਰੋਸਕੋਪ ਨੀਚੇ ਦੇਖਿਆ ਜਾਏ, ਐਪੀਡਰਮਿਸ ਤੋਂ ਨੀਚੇ ਕਿਹੜੀ ਲੇਅਰ ਹੁੰਦੀ ਹੈਗੀ ਆ, ਮੀਜ਼ੋਫਾਈਲ ਦੀ ਲੇਅਰ ਪ੍ਰੈਜੈਂਟ ਹੁੰਦੀ, ਮੀਜ਼ੋਫਾਈਲ ਸੈਲਸ ਪ੍ਰੈਜੈਂਟ ਹੁੰਦੇ। ਇਹਨਾਂ ਮੀਜ਼ੋਫਾਈਲ ਸੈਲਸ ਦੇ ਵਿੱਚ ਕਲੋਰੋਪਲਾਸਟ ਪਾਇਆ ਜਾਂਦਾ ਆ ਔਰ ਕਈ ਜ਼ਿਆਦਾ ਹੁੰਦੇ ਪਲਾਂਟਸ ਦੇ ਵਿੱਚ, ਕਈਆਂ 'ਚ ਘੱਟ ਹੀ ਹੁੰਦੇ ਹੈਗੇ ਆ। ਫਿਰ ਇਨਰ ਮੈਮਬ੍ਰੇਨ ਜਿਹੜੀ ਆ ਲੈਸ ਪਰਮੀਏਬਲ ਆ ਕਿ ਕੁਛ ਹੀ ਮਟੀਰੀਅਲ ਨੂੰ ਹੀ ਐਂਟਰ ਕਰਨ ਦਿੰਦੀ ਹੈ, ਜਿੱਦਾਂ ਗੈਸਿਸ ਨੂੰ, ਇੰਪੋਰਟੈਂਟ ਗੈਸਿਸ ਨੂੰ, ਕਾਰਬਨ ਡਾਈਆਕਸਾਈਡ ਜਾਂ ਆਕਸੀਜਨ ਨੂੰ ਹੀ ਐਂਟਰ ਕਰਨ ਦੇਗੀ, ਵਾਟਰ ਮੋਲੀਕਿਊਲਸ ਨੂੰ ਐਂਟਰ ਕਰਨ ਦੇਗੀ। ਫਿਰ ਹੈ ਕੰਟੇਨ ਸਟ੍ਰੋਮਾ, ਥਾਈਲੋਕॉइड ਔਰ ਲਿਊਮਨ ਪਾਰਟ ਪ੍ਰੈਜੈਂਟ ਹੁੰਦਾ, ਮਤਲਬ ਇਹਦੇ ਪਾਰਟ ਦੱਸੇ ਹੋਏ ਆ। ਸੋ ਸਟ੍ਰੋਮਾ ਕੰਟੇਨ ਦਾ ਰਾਈਬੋਜ਼ੋਮ, DNA ਔਰ ਐਨਜ਼ਾਈਮ। ਇਹਨਾਂ ਦੇ ਵਿੱਚ ਕੀ ਪ੍ਰੈਜੈਂਟ ਹੁੰਦਾ, ਸਟ੍ਰੋਮਾ ਪਾਰਟ ਦੇ ਵਿੱਚ ਰਾਈਬੋਜ਼ੋਮਸ ਵੀ ਹੁੰਦੇ, DNA ਔਰ ਐਨਜ਼ਾਈਮਸ ਵੀ ਪ੍ਰੈਜੈਂਟ ਹੁੰਦੇ ਆ। ਸੋ ਉਹੀ ਦਿਖਾਇਆ ਇਹ ਕਲੋਰੋਪਲਾਸਟ ਦਾ ਸਟਰਕਚਰ ਹੈ, ठीक है। क्लोरोप्लास्ट दी 2 मैमब्रेन्स होंदियां, आउटर मैमब्रेन और इनर मैमब्रेन, ठीक है। इंटरनल मैमब्रेन दसी हुई है, एक्सटर्नल मैमब्रेन दसी हुई है, ठीक है। और इन्हां दे विच क्लोरोप्लास्ट दा अपना DNA ही प्रैजेंट हुंदा, जिहड़ा फ्लूड विच प्रैजेंट हुंदा उहनूं असीं की कहंदे हैगे आ, स्ट्रोमा कह दिंदे आ। कुछ डॉटेड पार्टिकल्स आ इन्हां नूं असीं बोल दिंदे राइबोसोम्स। ये दस्सिया होया प्लास्टोग्लोब्यूल प्रोटीन हुंदा एक तरह का, ठीक है। फिर इन्हां दी अंदर वाली लेयर, अंदर वाला जिहड़ा पार्ट हुंदा लैमिला पार्ट हुंदा, ठीक है। और इन्हां दे विच एक क्वाइन टाइप स्ट्रक्चर बने हुए आ। इन्हां क्वाइन टाइप स्ट्रक्चर्स नूं असीं बोलदे ग्रैनम, ठीक है। और इन्हां एक एक जिहड़ा हुंदा ये हुंदा थाइलोकॉइड, ठीक है। थाइलोकॉइड मिल के बना दिंदे हैगे आ ये ग्रैनम। और इन्हां दियां जिहड़ियां लेयर्स हुंदियां उन्हां नूं असीं थाइलोकॉइड मैमब्रेन कह दिंदे हैगे आ, ठीक है। ये पार्ट्स इहदे विच प्रैजेंट हुंदे हैगे आ।
ਔਰ ਇਹ ਫੋਟੋਸਿੰਥੇਸਿਸ ਦੇ ਵਿੱਚ ਹੈਲਪ ਕਰਦੇ ਹੈਗੇ ਆ, ਠੀਕ ਹੈ। ਫਿਰ ਦੱਸਿਆ ਕਿ ਸਟੋਮਾ ਲਿਕੁਇਡ ਜਿਹੜਾ ਹੈਗਾ ਹੈ ਇਹਦਾ ਕੀ ਫੰਕਸ਼ਨ ਹੈਗਾ ਕਿ ਇਹ ਰਾਈਬੋਸੋਮਸ DNA ਵਗੈਰਾ ਇਹਦੇ ਵਿੱਚ ਔਰ ਐਂਜ਼ਾਈਮਸ ਪ੍ਰੈਜ਼ੈਂਟ ਹੁੰਦੇ ਹੈਗੇ ਆ। ਜਿਹੜਾ ਥਾਈਲੋਕੋਇਡ ਪਾਰਟ ਹੁੰਦਾ ਹੈ ਇਹਦੇ ਵਿੱਚ ਹੀ ਕਲੋਰੋਫਿਲ ਪ੍ਰੈਜ਼ੈਂਟ ਹੁੰਦੇ ਹੈਗੇ ਆ, ਠੀਕ ਹੈ। ਸੋ ਇਹ ਸੀ ਆਪਣਾ ਪਲਾਂਟ ਸੈੱਲ ਔਰ ਐਨੀਮਲ ਸੈੱਲ, ਇਹਨਾਂ ਦੀਆਂ ਔਰਗਨਲੀਜ਼।